ਹੈਲੋ ਸਟੂਡੈਂਟਸ, YouTube ਚੈਨਲ ਸੋਸ਼ੀਓ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਪਣੇ ਇਸ ਵੀਡੀਓ ਵਿੱਚ ਸੋਸ਼ੀਓਲੋਜੀ BA ਫਸਟ ਸਮੈਸਟਰ ਦੇ ਮੋਸਟ ਇੰਪੋਰਟੈਂਟ ਕੁਐਸਚਨਸ ਪੰਜਾਬੀ ਮੀਡੀਅਮ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਨੇਮ ਆਫ ਦਾ ਪੇਪਰ ਇਜ਼ ਫੰਡਾਮੈਂਟਲ ਆਫ ਸੋਸ਼ੀਓਲੋਜੀ। ਸਟੂਡੈਂਟਸ, ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਹੀ ਸ਼ਾਰਟ ਕੁਐਸਚਨਸ, ਉਸ ਤੋਂ ਬਾਅਦ ਲੌਂਗ ਕੁਐਸਚਨ ਡਿਸਕਸ ਕੀਤੇ ਜਾਣਗੇ। ਇਸ ਤੋਂ ਇਲਾਵਾ ਤੁਸੀਂ ਬਾਕੀ ਸਾਰੇ ਸਬਜੈਕਟਸ ਦੇ ਵੀ ਵੀਡੀਓ ਇੱਥੋਂ ਦੇਖ ਸਕਦੇ ਹੋ, ਜਿਸ ਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਸਿਲੇਬਸ ਡਿਸਕਸ ਕੀਤੇ ਗਏ ਹਨ। ਸੋਸ਼ੀਓਲੋਜੀ ਦੇ ਸਾਰੇ ਸਿਲੇਬਸ ਦੇ ਤੁਹਾਨੂੰ ਲੈਕਚਰਸ ਇੱਥੋਂ ਹੀ ਮਿਲ ਜਾਣਗੇ। ਉਸ ਦੀ ਪਲੇਲਿਸਟ ਬਣਾ ਦਿੱਤੀ ਗਈ ਹੈ। ਉਸ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਵੀ ਪਾ ਦਿੱਤਾ ਜਾਵੇਗਾ। ਉੱਥੋਂ ਤੁਸੀਂ ਖੋਲ੍ਹ ਕੇ ਸਾਰੇ ਵੀਡੀਓ ਦੇਖ ਸਕਦੇ ਹੋ। ਉੱਥੋਂ ਆਪਣੇ ਨੋਟਸ ਵੀ ਤਿਆਰ ਕਰ ਸਕਦੇ ਹੋ। ਔਰ ਪੰਜਾਬੀ ਕੰਪਲਸਰੀ ਦੇ ਵੀ ਤੁਹਾਨੂੰ BA ਫਸਟ ਸਮੈਸਟਰ ਦੇ ਪੂਰੇ ਲੈਕਚਰਸ ਇੱਥੋਂ ਹੀ ਮਿਲ ਜਾਣਗੇ। ਸਭ ਤੋਂ ਪਹਿਲਾਂ ਸ਼ਾਰਟ ਕੁਐਸਚਨਸ, ਜਿਸ ਦੇ ਵਿੱਚ ਹੈ ਸਮਾਜ ਸ਼ਾਸਤਰ। ਹਾਂਜੀ ਸਟੂਡੈਂਟਸ, ਸ਼ਾਰਟ ਕੁਐਸਚਨਸ ਤੁਹਾਨੂੰ 12 ਪੁੱਛੇ ਜਾਣਗੇ, ਜਿਸ ਦੇ ਵਿੱਚੋਂ 9 ਦਾ ਤੁਸੀਂ ਆਨਸਰ ਦੇਣਾ ਹੋਏਗਾ। 2 ਨੰਬਰ ਦਾ ਇਹ ਕੁਐਸਚਨ ਹੋਏਗਾ। 3-4 ਲਾਈਨਸ ਦੇ ਵਿੱਚ ਇਸ ਦਾ ਆਨਸਰ ਤੁਸੀਂ ਦੇ ਸਕਦੇ ਹੋ। ਉਸ ਤੋਂ ਬਾਅਦ ਹੈ ਸਮਾਜ। ਨੈਕਸਟ ਸਮਾਜ ਸ਼ਾਸਤਰ ਦੀ ਮਹੱਤਤਾ ਐਂਡ ਦੈਨ ਸਮਾਜ ਸ਼ਾਸਤਰ ਦੀ ਪਰਿਭਾਸ਼ਾ। ਨੈਕਸਟ ਕੁਐਸਚਨ ਸਮਾਜ ਸ਼ਾਸਤਰ ਦੀ ਪ੍ਰਕਿਰਤੀ ਐਂਡ ਦੈਨ ਇੱਕ ਵਿਗਿਆਨ ਵਜੋਂ ਸਮਾਜ ਸ਼ਾਸਤਰ। ਐਂਡ ਨੈਕਸਟ ਕੁਐਸਚਨ ਸਮਾਜ ਸ਼ਾਸਤਰ ਵਿਗਿਆਨ ਨਹੀਂ ਹੈ। ਐਂਡ ਨੈਕਸਟ ਗਿਆਨ ਇਨਲਾਈਟਮੈਂਟ ਐਂਡ ਦੈਨ ਉਦਯੋਗਿਕ ਕ੍ਰਾਂਤੀ। ਉਸ ਤੋਂ ਬਾਅਦ ਹੈ ਔਗਸਟ ਕੌਮਟੇ ਐਂਡ ਦੈਨ ਨਿਰਪੱਖਤਾ, ਆਬਜੈਕਟਿਵਿਟੀ ਜਿਸ ਨੂੰ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਇਤਿਹਾਸ ਐਂਡ ਨੈਕਸਟ ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚਕਾਰ ਸੰਬੰਧ। ਨੈਕਸਟ ਹੈ ਮਨੋਵਿਗਿਆਨ ਨਾਲ ਸਮਾਜ ਸ਼ਾਸਤਰ ਦਾ ਰਿਸ਼ਤਾ, ਇਸ ਦਾ ਸੰਬੰਧ। ਮਾਨਵ ਵਿਗਿਆਨ ਦੇ ਨਾਲ ਸਮਾਜ ਸ਼ਾਸਤਰ ਦਾ ਸੰਬੰਧ। ਐਂਡ ਨੈਕਸਟ ਹੈ ਮਾਨਵ ਵਿਗਿਆਨ। ਸਟੂਡੈਂਟਸ, ਇਸ ਤਰ੍ਹਾਂ ਦੇ ਨਾਲ ਤੁਹਾਨੂੰ 2 ਦੇ ਸੰਬੰਧ ਵੀ ਪੁੱਛੇ ਜਾ ਸਕਦੇ ਆ, ਇਕੱਲਾ ਵੀ ਪੁੱਛਿਆ ਜਾ ਸਕਦਾ ਹੈ। ਜਿਵੇਂ ਐਂਥਰੋਪੋਲੋਜੀ, ਮਾਨਵ ਵਿਗਿਆਨ ਦੇ ਬਾਰੇ ਤੁਸੀਂ ਸਾਰਾ ਦੱਸਣਾ ਹੋਏਗਾ। ਮਨੁੱਖੀ ਸਮਾਜ ਦੇ ਅਰਥ। ਨੈਕਸਟ ਹੈ ਸਮਾਜਿਕ ਰਿਸ਼ਤਾ, ਸਮਾਜਿਕ ਜੈਵਿਕ ਸਿਧਾਂਤ, ਸਮਾਜਿਕ ਇਕਰਾਰਨਾਮਾ ਸਿਧਾਂਤ, ਜਿਸ ਨੂੰ ਸੋਸ਼ਲ ਕੰਟਰੈਕਟ ਥਿਊਰੀ ਵੀ ਕਿਹਾ ਜਾਂਦਾ ਹੈ। ਵਿਅਕਤੀ ਅਤੇ ਸਮਾਜ। ਇਸ ਤੋਂ ਬਾਅਦ ਅਸੀਂ ਦੀ ਭਾਵਨਾ, ਵੀ ਫੀਲਿੰਗ, ਵਿਅਕਤੀ ਅਤੇ ਸਮਾਜ ਵਿਚਕਾਰ ਸੰਬੰਧ, ਗਰੁੱਪ ਦੀ ਪਰਿਭਾਸ਼ਾ, ਸਮਾਜਿਕ ਸਮੂਹ, ਪ੍ਰਾਇਮਰੀ ਗਰੁੱਪ ਅਤੇ ਸੈਕੰਡਰੀ ਗਰੁੱਪ। ਐਂਡ ਨੈਕਸਟ ਸਮੂਹ ਅਤੇ ਬਾਹਰੀ ਸਮੂਹ, ਇਨ ਗਰੁੱਪ ਅਤੇ ਆਊਟ ਗਰੁੱਪ। ਇਸ ਨੂੰ ਅੰਦਰੂਨੀ ਸਮੂਹ ਤੇ ਬਾਹਰੀ ਸਮੂਹ, ਇਨ ਗਰੁੱਪ ਅਤੇ ਆਊਟ ਗਰੁੱਪ ਕਿਹਾ ਜਾਂਦਾ ਹੈ। ਇੱਥੇ ਇਕੱਲਾ ਸਮੂਹ ਲਿਖਿਆ ਗਿਆ ਹੈ। ਐਂਡ ਨੈਕਸਟ ਹੈ ਹਵਾਲਾ ਸਮੂਹ, ਜਿਸ ਨੂੰ ਕਿ ਰੈਫਰੈਂਸ ਗਰੁੱਪ ਵੀ ਕਿਹਾ ਜਾਂਦਾ ਹੈ, ਰੈਫਰੈਂਸ ਸਮੂਹ। ਨੇੜਤਾ ਦੀ ਭਾਵਨਾ, ਸੈਂਸ ਆਫ ਬਿਲੋਂਗਿੰਗਨੈਸ। ਨੈਕਸਟ ਹੈ ਸਮੂਹ ਅਤੇ ਸਮਾਜ ਵਿੱਚ ਅੰਤਰ। ਉਸ ਤੋਂ ਬਾਅਦ ਰਸਮੀ ਅਤੇ ਗੈਰ ਰਸਮੀ ਸਮੂਹ, ਜੈਮਨਸ਼ਾਫਟ ਅਤੇ ਗੈਸਟਸ਼ਾਫਟ, ਸਵੈ ਇੱਛਿਤ ਸਮੂਹ। ਨੈਕਸਟ ਹੈ ਸਵੈ ਸੇਵੀ ਐਸੋਸੀਏਸ਼ਨਾਂ, ਨਸਲੀ ਕੇਂਦਰਵਾਦ। ਐਂਡ ਦੈਨ ਸੱਭਿਆਚਾਰ, ਪਦਾਰਥਕ ਸੱਭਿਆਚਾਰ, ਗੈਰ ਪਦਾਰਥਕ ਸੱਭਿਆਚਾਰ, ਉਪ ਸੱਭਿਆਚਾਰ, ਫੋਕਵੇਜ਼ ਐਂਡ ਮੋਰਸ। ਐਂਡ ਨੈਕਸਟ ਹੈ ਸੱਭਿਅਤਾ, ਸੱਭਿਆਚਾਰ ਅਤੇ ਸੱਭਿਅਤਾ, ਸੱਭਿਆਚਾਰਿਕ ਪਛੜਾਪਨ, ਅਕਲਚਰੇਸ਼ਨ, ਸਮਾਈਕਰਨ, ਅਸੈਮੀਲੇਸ਼ਨ ਜਿਸ ਨੂੰ ਕਿਹਾ ਜਾਂਦਾ ਹੈ, ਸੱਭਿਆਚਾਰਕ ਗੁਣ, ਸੱਭਿਆਚਾਰਕ ਪੈਟਰਨ, ਸੱਭਿਆਚਾਰਕ ਕੰਪਲੈਕਸ, ਸੱਭਿਆਚਾਰਕ ਸਾਪੇਖਵਾਦ। ਐਂਡ ਨੈਕਸਟ ਹੈ ਸੱਭਿਆਚਾਰਕ ਬਹੁਲਵਾਦ। ਐਂਡ ਦੈਨ ਨਸਲੀ ਕੇਂਦਰਵਾਦ, ਲੋਕ ਤਰੀਕੇ, ਫੋਕਵੇਜ਼ ਜਿਸ ਨੂੰ ਕਿਹਾ ਸਮਾਜੀਕਰਨ, ਅਗਾਊਂ ਸਮਾਜੀਕਰਨ। ਐਂਡ ਨੈਕਸਟ ਵਿਵਹਾਰ, ਅਗਾਊਂ ਸਮਾਜੀਕਰਨ, ਐਂਟੀਸੀਪੇਟਰੀ ਸੋਸ਼ਲਾਈਜੇਸ਼ਨ। ਐਂਡ ਦੈਨ ਵਿਵਹਾਰ। ਸਮਾਜੀਕਰਨ ਵਿੱਚ ਮੀਡੀਆ ਦੀ ਭੂਮਿਕਾ, ਸਕਾਰਾਤਮਕ ਅਤੇ ਨਕਾਰਾਤਮਕ ਪਾਬੰਦੀਆਂ, ਸਮਾਜੀਕਰਨ ਵਿੱਚ ਸਿੱਖਿਆ ਦੀ ਭੂਮਿਕਾ, ਸਮਾਜੀਕਰਨ ਇੱਕ ਏਜੰਸੀ ਵਜੋਂ ਧਰਮ, ਸਮਾਜੀਕਰਨ ਦੀ ਮਹੱਤਤਾ, ਮੀਟ ਦਾ ਸਵੈ ਦਾ ਸਿਧਾਂਤ, ਸੈਲਫ ਦਾ ਉਸਦੀ ਥਿਊਰੀ, ਲੁਕਿੰਗ ਗਲਾਸ ਸੈਲਫ ਥਿਊਰੀ ਜਾਂ ਸਵੈ ਦਾ ਸਿਧਾਂਤ। ਐਂਡ ਦੈਨ ਸਮਾਜੀਕਰਨ ਬਾਰੇ ਕੁੱਲੇ ਦੇ ਵਿਚਾਰ। ਐਂਡ ਦੈਨ ਪੀਅਰ ਗਰੁੱਪ। ਨੈਕਸਟ ਹੈ ਜਨਰਲਾਈਜ਼ਡ ਅਦਰਸ। ਸਟੂਡੈਂਟਸ, ਤੁਹਾਡੇ ਪੇਪਰ ਦੇ ਵਿੱਚ ਟਰਾਂਸਲੇਟ ਕਰਕੇ ਹੀ ਪੇਪਰ ਬਣਾਇਆ ਜਾਂਦਾ ਹੈ। ਉਸ ਦੇ ਵਿੱਚ ਵੀ ਇਹ ਹੁੰਦਾ ਹੈ, ਟਰਾਂਸਲੇਟ ਕਰਨ ਲੱਗੇ ਬਹੁਤ ਸਾਰੇ ਵਰਡਸ ਆਉਂਦੇ ਆ, ਕੋਈ ਵੀ ਵਰਡ ਉਸ 'ਤੇ ਤੁਹਾਨੂੰ ਦਿੱਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਕੋਈ ਕਨਫਿਊਜ਼ਨ ਹੁੰਦੀ ਹੈ ਤਾਂ ਇੰਗਲਿਸ਼ ਮੀਡੀਅਮ ਦਾ ਪੇਪਰ ਜ਼ਰੂਰ ਦੇਖ ਲਿਓ। ਇਸ ਤੋਂ ਇਲਾਵਾ ਜਦੋਂ ਤੁਸੀਂ ਪੇਪਰ ਕਰ ਰਹੇ ਹੁੰਦੇ ਹੋ ਤਾਂ ਇੰਗਲਿਸ਼ ਅਤੇ ਹਿੰਦੀ, ਪੰਜਾਬੀ ਤਿੰਨੋਂ ਮੀਡੀਅਮ ਦਾ ਇਕੱਠਾ ਤੁਹਾਨੂੰ ਪੇਪਰ ਮਿਲੇਗਾ। ਐਂਡ ਨੈਕਸਟ ਹੈ ਸਮਾਜਿਕ ਨਿਯੰਤਰਣ। ਸਮਾਜਿਕ ਨਿਯੰਤਰਣ ਦਾ ਅਰਥ, ਡਾਇਰੈਕਟ ਸਮਾਜਿਕ ਨਿਯੰਤਰਣ, ਰਸਮੀ ਸਮਾਜਿਕ ਨਿਯੰਤਰਣ, ਗੈਰ ਰਸਮੀ ਸਮਾਜਿਕ ਨਿਯੰਤਰਣ, ਸਮਾਜਿਕ ਨਿਯੰਤਰਣ ਵਿੱਚ ਧਰਮ ਦੀ ਭੂਮਿਕਾ,
ਐਂਡ ਦੈਨ ਸਮਾਜਿਕ ਨਿਯੰਤਰਣ ਵਿੱਚ ਮਾਸ ਮੀਡੀਆ ਦੀ ਭੂਮਿਕਾ। ਉਸ ਤੋਂ ਬਾਅਦ ਹੈ ਸਮਾਜਿਕ ਨਿਯੰਤਰਣ ਦੇ ਏਜੰਟ ਵਜੋਂ ਪਰਿਵਾਰ, ਸਮਾਜਿਕ ਨਿਯੰਤਰਣ ਦੀ ਮਹੱਤਤਾ। ਸਮਾਜ ਸ਼ਾਸਤਰ ਦੇ ਲੇਖਕ ਦੇ ਨਾਮ ਨਾਲ ਕਿਸੇ ਵੀ ਕਿਤਾਬ ਦਾ ਨਾਮ ਲਿਖੋ। ਮਨੁੱਖੀ ਸਮਾਜ, ਸਮਾਜ ਸ਼ਾਸਤਰ ਦਾ ਸੰਕਲਪਿਤ ਅਰਥ। ਇਹ ਸੀ ਸ਼ਾਰਟ ਕੁਐਸਚਨਸ। ਇਸ ਤੋਂ ਬਾਅਦ ਹੈ ਲੌਂਗ ਕੁਐਸਚਨਸ, ਐਸੇ ਟਾਈਪ ਕੁਐਸਚਨਸ ਤੁਹਾਡੇ ਪੇਪਰ ਦੇ ਵਿੱਚ ਆਉਣਗੇ। ਹਰ ਇੱਕ ਯੂਨਿਟ ਦੇ ਵਿੱਚੋਂ 2 ਕੁਐਸਚਨ ਪੁੱਛੇ ਜਾਣਗੇ, ਜਿਸ ਦਾ ਇੱਕ ਦਾ ਆਨਸਰ ਦੇਣਾ ਹੋਏਗਾ। ਸ਼ਾਰਟ ਕੁਐਸਚਨਸ ਤੁਹਾਡੇ ਪੂਰੇ ਸਿਲੇਬਸ ਦੇ ਵਿੱਚੋਂ ਕਿਤੋਂ ਵੀ ਪੁੱਛੇ ਜਾ ਸਕਦੇ ਹੈ। ਲੌਂਗ ਕੁਐਸਚਨਸ ਇਸ ਤਰ੍ਹਾਂ ਹਨ। ਸਮਾਜ ਸ਼ਾਸਤਰ ਕੀ ਹੈ? ਸਮਾਜ ਸ਼ਾਸਤਰ ਦੀ ਪ੍ਰਕਿਰਤੀ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਐਂਡ ਦੈਨ ਸਮਾਜ ਸ਼ਾਸਤਰ ਦੀ ਪਰਿਭਾਸ਼ਾ ਦਿਓ। ਸਮਾਜ ਸ਼ਾਸਤਰ ਦੀ ਪ੍ਰਕਿਰਤੀ ਨੂੰ ਅਨੁਸ਼ਾਸਨ ਵਜੋਂ ਸਮਝਾਓ। ਇਹ ਕੁਐਸਚਨ ਮੋਲਡ ਕਰਕੇ ਪਾਇਆ ਗਿਆ, ਆਨਸਰ ਇਸ ਦਾ ਸੇਮ ਹੈ। ਐਂਡ ਨੈਕਸਟ ਹੈ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨ ਹੈ, ਸਮਝਾਓ। ਨੈਕਸਟ ਹੈ ਕਿ ਸਮਾਜ ਸ਼ਾਸਤਰ ਇੱਕ ਵਿਗਿਆਨ ਹੈ। ਨੈਕਸਟ ਹੈ ਸਮਾਜ ਸ਼ਾਸਤਰ ਦੀ ਮਹੱਤਤਾ ਬਾਰੇ ਵਿਚਾਰ ਕਰੋ। ਉਸ ਤੋਂ ਬਾਅਦ ਸਮਾਜ ਸ਼ਾਸਤਰ ਦੀ ਪਰਿਭਾਸ਼ਾ ਦਿਓ, ਇਸ ਦੇ ਦਾਇਰੇ, ਸਕੋਪ, ਵਿਸ਼ਾ ਖੇਤਰ। ਤਿੰਨੇ ਵਰਡਸ ਇੱਕੋ ਹੀ ਹੈ, ਆਨਸਰ ਇਸ ਦਾ ਇੱਕੋ ਹੀ ਹੈ। ਉਸ ਨੂੰ ਪੰਜਾਬੀ 'ਚ ਦਾਇਰਾ ਕਿਹਾ ਗਿਆ ਹੈ, ਇੰਗਲਿਸ਼ ਦੇ ਵਿੱਚ ਸਕੋਪ ਹੈ, ਔਰ ਪੰਜਾਬੀ 'ਚ ਵਿਸ਼ਾ ਖੇਤਰ ਸ਼ਬਦ ਵੀ ਵਰਤ ਲਿਆ ਜਾਂਦਾ ਹੈ। ਐਂਡ ਨੈਕਸਟ ਹੈ ਸਮਾਜ ਸ਼ਾਸਤਰ ਦੀ ਪਰਿਭਾਸ਼ਾ ਦਿਓ, ਸਮਾਜ ਸ਼ਾਸਤਰ ਦੀ ਮਹੱਤਤਾ ਅਤੇ ਦਾਇਰੇ, ਵਿਸ਼ਾ ਖੇਤਰ ਦੀ ਚਰਚਾ ਕਰੋ। ਇਸ ਦੇ ਵਿੱਚ ਨਾਲ ਇੰਪੋਰਟੈਂਸ ਵੀ ਦੇਣੀ ਹੈ ਔਰ ਨਾਲ ਵਿਸ਼ਾ ਖੇਤਰ, ਇਸ ਦਾ ਸਕੋਪ ਦੱਸਣਾ ਹੈ। ਐਂਡ ਨੈਕਸਟ ਹੈ ਹੋਰ ਸਮਾਜਿਕ ਵਿਗਿਆਨਾਂ ਨਾਲ ਸਮਾਜ ਸ਼ਾਸਤਰ ਦੇ ਸੰਬੰਧ ਦੀ ਚਰਚਾ ਕਰੋ। ਮੀਨਸ ਇਸ ਦੇ ਵਿੱਚ ਤੁਸੀਂ ਸੋਸ਼ੀਓਲੋਜੀ ਦਾ ਮਾਨਵ ਵਿਗਿਆਨ ਨਾਲ ਸੰਬੰਧ, ਹਿਸਟਰੀ ਦੇ ਨਾਲ ਸੰਬੰਧ, ਸਾਈਕੋਲੋਜੀ ਦੇ ਨਾਲ ਇਸ ਦਾ ਸੰਬੰਧ ਦੱਸਣਾ ਹੈ। ਨੈਕਸਟ ਹੈ ਸਮਾਜ ਸ਼ਾਸਤਰ ਦੇ ਮੂਲ ਅਤੇ ਵਿਕਾਸ ਬਾਰੇ ਚਰਚਾ ਕਰੋ। ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵਿਚਕਾਰ ਸੰਬੰਧ ਨੂੰ ਸਾਹਮਣੇ ਲਿਆਓ, ਮੀਨਸ ਲਿਖੋ। ਸਮਾਜ ਸ਼ਾਸਤਰ ਅਤੇ ਇਤਿਹਾਸ ਦੇ ਵਿਚਕਾਰ ਸੰਬੰਧ ਨੂੰ ਸਾਹਮਣੇ ਲਿਆਓ, ਮੀਨਸ ਲਿਖੋ। ਇਤਿਹਾਸ ਦੇ ਨਾਲ ਸਮਾਜ ਸ਼ਾਸਤਰ ਦੇ ਸੰਬੰਧ ਦੀ ਵਿਸਥਾਰ ਵਿੱਚ ਚਰਚਾ ਕਰੋ। ਐਂਡ ਦੈਨ ਇਤਿਹਾਸ ਅਤੇ ਮਨੋਵਿਗਿਆਨ ਦੇ ਨਾਲ ਸਮਾਜ ਸ਼ਾਸਤਰ ਦੇ ਸੰਬੰਧ ਨੂੰ ਵਿਸਤ੍ਰਿਤ ਕਰਕੇ ਲਿਖੋ। ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਦੇ ਵਿਚਕਾਰ ਸੰਬੰਧ ਨੂੰ ਵਿਸਥਾਰ ਵਿੱਚ ਦੱਸੋ। ਇਹ ਯੂਨਿਟ ਫਸਟ। ਹੁਣ ਹੈ ਯੂਨਿਟ ਸੈਕਿੰਡ, ਜਿਸ ਦੇ ਵਿੱਚ ਹੈ ਸਮਾਜ ਦੇ ਅਰਥ ਅਤੇ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਸਮਾਜ ਨੂੰ ਪਰਿਭਾਸ਼ਿਤ ਕਰੋ। ਸਮਾਜ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਐਂਡ ਨੈਕਸਟ ਹੈ ਸਮਾਜ ਨੂੰ ਪਰਿਭਾਸ਼ਿਤ ਕਰੋ। ਵਿਅਕਤੀ ਅਤੇ ਮਨੁੱਖੀ ਸਮਾਜ ਵਿਚਕਾਰ ਸੰਬੰਧਾਂ ਦੀ ਚਰਚਾ ਕਰੋ। ਐਂਡ ਨੈਕਸਟ ਹੈ ਵਿਅਕਤੀ ਅਤੇ ਸਮਾਜ ਇੱਕ ਦੂਜੇ 'ਤੇ ਨਿਰਭਰ ਹਨ, ਵਿਸਥਾਰ ਵਿੱਚ ਸਮਝਾਓ। ਐਂਡ ਨੈਕਸਟ ਸਮਾਜ ਦੀ ਉਤਪਤੀ ਦੇ ਵੱਖ-ਵੱਖ ਸਿਧਾਂਤਾਂ ਦੀ ਚਰਚਾ ਕਰੋ। ਇਸ ਦੇ ਵਿੱਚ ਓਰੀਜਨ ਆਫ ਸੁਸਾਇਟੀ, ਡਿਫਰੈਂਟ ਇਸ ਦੀਆਂ ਥਿਊਰੀਜ਼ ਹੈ ਜਿਹੜੀਆਂ ਉਸ ਦੀ ਚਰਚਾ ਕਰਨੀ ਹੈ, ਜਿਸ ਦੇ ਵਿੱਚ ਸੋਸ਼ਲ ਕੰਟਰੈਕਟ ਥਿਊਰੀ ਵੀ ਦੇਣੀ ਹੈ ਔਰ ਜੀਵ ਵਿਗਿਆਨਿਕ ਥਿਊਰੀ ਹੈ ਜਿਹੜੀ ਉਹ ਵੀ ਤੁਸੀਂ ਦੇਣੀ ਹੈ, ਆਰਗੈਨਿਕ ਥਿਊਰੀ। ਇਸ ਤੋਂ ਬਾਅਦ ਹੈ ਸਮਾਜ ਦੀ ਉਤਪਤੀ ਦੇ ਵੱਖ-ਵੱਖ ਸਿਧਾਂਤ ਦੀ ਰੂਪਰੇਖਾ ਬਣਾਓ। ਦੋਨਾਂ ਦੇ ਆਨਸਰ ਸੇਮ ਹੈ। ਨੈਕਸਟ ਵੀ ਇਸ ਦੇ ਨਾਲ ਹੀ ਮਿਲਦਾ ਹੈ ਸਮਾਜ ਨੂੰ ਪਰਿਭਾਸ਼ਿਤ ਕਰੋ। ਇਸ ਦੇ ਮੂਲ ਦੇ ਸਿਧਾਂਤਾਂ ਦਾ ਆਲੋਚਨਾਤਮਕ ਮੁਲਾਂਕਣ ਕਰੋ। ਇਸ ਦੇ ਨਾਲ ਤੁਸੀਂ ਕ੍ਰਿਟਿਸਿਜ਼ਮ ਵੀ ਕਰਨਾ ਹੈ। ਐਂਡ ਨੈਕਸਟ ਹੈ ਸਮਾਜਿਕ ਸਮੂਹ ਦੇ ਅਰਥ ਅਤੇ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ। ਨੈਕਸਟ ਹੈ ਤੁਸੀਂ ਸਮਾਜਿਕ ਸਮੂਹਾਂ ਦੁਆਰਾ ਕੀ ਸਮਝਦੇ ਹੋ, ਉਦਾਹਰਨਾਂ ਦੇ ਨਾਲ ਸਾਰੇ ਸਮਾਜਿਕ ਸਮੂਹਾਂ ਦਾ ਵਰਗੀਕਰਨ ਕਰੋ। ਐਂਡ ਦੈਨ ਸਮਾਜ ਵਿੱਚ ਮੌਜੂਦ ਵੱਖ-ਵੱਖ ਸਮੂਹਾਂ ਦਾ ਵਰਗੀਕਰਨ ਕਰੋ। ਇਹ ਵੀ ਇਸ ਦੀ ਕਲਾਸੀਫਿਕੇਸ਼ਨ, ਵਰਗੀਕਰਨ, ਟਾਈਪਸ, ਕਾਈਂਡਸ, ਕਿਸਮਾਂ, ਇਹ ਸ਼ਬਦ ਵਰਤ ਲਏ ਜਾਂਦੇ ਆ। ਸਾਰਿਆਂ ਦਾ ਆਨਸਰ ਸੇਮ ਹੈ। ਐਂਡ ਨੈਕਸਟ ਹੈ ਵੱਖ-ਵੱਖ ਕਿਸਮਾਂ ਦੇ ਸਮਾਜਿਕ ਸਮੂਹਾਂ ਦਾ ਸੰਖੇਪ ਵਿੱਚ ਵਰਣਨ ਕਰੋ। ਐਂਡ ਨੈਕਸਟ ਤੁਸੀਂ ਸਮਾਜਿਕ ਸਮੂਹਾਂ ਦੁਆਰਾ ਕੀ ਸਮਝਦੇ ਹੋ, ਵੱਖ-ਵੱਖ ਕਿਸਮਾਂ ਦੇ ਸਮਾਜਿਕ ਸਮੂਹਾਂ 'ਤੇ ਚਰਚਾ ਕਰੋ। ਕਿਸੇ ਵੀ ਦੋ ਨੂੰ ਵਿਸਥਾਰ ਵਿੱਚ ਸਮਝਾਓ। ਨੈਕਸਟ ਹੈ ਪ੍ਰਾਇਮਰੀ ਸਮੂਹਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਪਰਿਭਾਸ਼ਿਤ ਕਰੋ। ਪ੍ਰਾਇਮਰੀ ਅਤੇ ਸੈਕੰਡਰੀ ਗਰੁੱਪ ਵਿੱਚ ਫਰਕ ਕਰੋ। ਪਰਿਵਾਰ ਅਤੇ ਸੈਕੰਡਰੀ ਸਮੂਹਾਂ ਵਿਚਕਾਰ ਸੰਬੰਧਾਂ ਨੂੰ ਬਾਹਰ ਲਿਆਓ। ਮੀਨਸ ਪਰਿਵਾਰ ਇੱਕ ਪ੍ਰਾਇਮਰੀ ਸਮੂਹ ਹੈ ਅਤੇ ਸੈਕੰਡਰੀ ਸਮੂਹ, ਇਹਨਾਂ ਦੇ ਵਿਚਕਾਰ ਸੰਬੰਧ ਨੂੰ ਤੁਸੀਂ ਦਰਸਾਉਣਾ ਹੈ ਔਰ ਪਰਿਵਾਰ ਦੇ ਬਾਰੇ ਥੋੜ੍ਹੀ ਜ਼ਿਆਦਾ ਡਿਟੇਲ ਲਿਖਣੀ ਹੈ। ਹਾਂਜੀ ਸਟੂਡੈਂਟਸ, ਜਦੋਂ ਤੁਸੀਂ ਲੌਂਗ ਕੁਐਸਚਨ ਕਰ ਰਹੇ ਹੋਗੇ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਦੇਣੀ ਜ਼ਰੂਰੀ ਹੈ। ਉਸ ਤੋਂ ਬਾਅਦ ਜੇਕਰ ਮੀਨਿੰਗ ਪੁੱਛਿਆ ਗਿਆ ਤਾਂ ਮੀਨਿੰਗ ਦਿਓ। ਮੀਨਿੰਗ ਦੇ ਵਿੱਚ ਤੁਸੀਂ ਪਹਿਲਾਂ ਥੋੜ੍ਹਾ ਉਹਦੇ ਲਿਖ ਕੇ ਉਸ ਤੋਂ ਬਾਅਦ ਉਹਦੀਆਂ ਡੈਫੀਨੇਸ਼ਨਸ ਦੇਣੀ ਹੈ। ਮੈਕਸੀਮਮ 3 ਡੈਫੀਨੇਸ਼ਨ ਤੁਸੀਂ ਦੇ ਸਕਦੇ ਹੋ, ਮਿਨੀਮਮ ਵੀ 2 ਜਾਂ 3 ਜ਼ਰੂਰ ਹੋਣੀਆਂ ਚਾਹੀਦੀਆਂ। ਔਰ ਇਸ ਤੋਂ ਬਾਅਦ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਉਸ ਦਾ ਦੱਸੋਗੇ ਕਿ ਕੀ ਮੀਨਿੰਗ ਹੈ। ਫਿਰ ਜੋ ਤੁਹਾਨੂੰ ਪੁੱਛਿਆ ਗਿਆ, ਮੀਨਸ ਜਿਵੇਂ ਇਸ ਦੇ ਵਿੱਚ ਪਹਿਲੇ ਦੇ ਵਿੱਚ ਹੈ ਪ੍ਰਾਇਮਰੀ ਸਮੂਹਾਂ ਦੀਆਂ ਵਿਸ਼ੇਸ਼ਤਾਵਾਂ, ਅਤੇ ਇਸ ਦੇ ਵਿੱਚ ਵਿਸ਼ੇਸ਼ਤਾਵਾਂ ਦਿਓਗੇ ਇਸ ਦੀਆਂ ਹੈਡਿੰਗ ਬਣਾਉਂਦੇ ਹੋਏ। ਇਹ ਹੈਡਿੰਗ ਤੁਸੀਂ ਇੰਗਲਿਸ਼ ਦੇ ਵਿੱਚ ਵੀ ਲਿਖ ਸਕਦੇ ਹੋ। ਪੰਜਾਬੀ ਅਤੇ ਹਿੰਦੀ ਮੀਡੀਅਮ ਦੇ ਸਟੂਡੈਂਟਸ ਇੰਗਲਿਸ਼ ਦੀ ਇਹ ਵਰਤੋਂ ਤੁਸੀਂ ਕਰ ਸਕਦੇ ਹੋ।
ਡੈਫੀਨੇਸ਼ਨਸ ਦੇ ਸਕਦੇ ਹੋ, ਹੈਡਿੰਗਸ ਦੇ ਸਕਦੇ ਹੋ, ਵਿੱਚ ਵੀ ਮੈਕਸੀਮਮ ਤੁਸੀਂ ਵਰਡਸ ਇੰਗਲਿਸ਼ ਦੇ ਯੂਜ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਸਟੂਡੈਂਟਸ ਇੰਗਲਿਸ਼ ਦੇ ਨਹੀਂ ਵੀ ਯੂਜ਼ ਕਰਨਾ ਚਾਹੁੰਦੇ ਉਹਨਾਂ ਨੂੰ ਵੀ ਨਾਲ ਇੰਗਲਿਸ਼ ਦੇ ਵਿੱਚ ਕੁਐਸਚਨ ਜ਼ਰੂਰ ਪੜ੍ਹਨਾ ਚਾਹੀਦਾ ਹੈ, ਕਿਉਂਕਿ ਉੱਥੇ ਪੇਪਰ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ। ਕਈ ਵਾਰੀ ਉਹਦੇ ਵਰਡ ਜਿਹੜੇ ਆ ਉਹ ਪੰਜਾਬੀ ਦੇ ਵਿੱਚ ਵੀ ਤੁਹਾਨੂੰ ਪਤਾ ਨਹੀਂ ਹੁੰਦੇ, ਲੇਕਿਨ ਇੰਗਲਿਸ਼ ਦੇ ਵਿੱਚ ਤੁਸੀਂ ਪੜ੍ਹਿਆ ਹੋਏਗਾ ਤਾਂ ਤੁਸੀਂ ਸਮਝ ਸਕੋਗੇ ਕਿ ਆਨਸਰ ਇਸ ਦਾ ਇਹੀ ਦੇਣਾ ਹੈ। ਇਸ ਤੋਂ ਬਾਹਰ ਕੋਈ ਕੁਐਸਚਨ ਨਹੀਂ ਆਉਣਾ ਹੁੰਦਾ, ਇਸ ਦੇ ਵਿੱਚੋਂ ਹੀ ਸਾਰੇ ਕੁਐਸਚਨਸ ਹੋਣਗੇ। ਪ੍ਰਾਇਮਰੀ ਅਤੇ ਸੈਕੰਡਰੀ ਗਰੁੱਪ ਵਿੱਚ ਫ਼ਰਕ ਮੀਨਸ ਉਸ ਤੋਂ ਬਾਅਦ ਤੁਸੀਂ ਇਹਨਾਂ ਦੋਨਾਂ ਦਾ ਡਿਫਰੈਂਸ ਹੈ ਜਿਹੜਾ ਉਹਨੂੰ ਵੀ ਪੁਆਇੰਟ ਬਣਾਉਂਦੇ ਹੋਏ ਡਿਟੇਲ ਉਸ ਦੀ ਲਿਖਣੀ ਹੈ, ਔਰ ਲੌਂਗ ਕੁਐਸਚਨ ਦੇ ਲਾਸਟ ਦੇ ਵਿੱਚ ਤੁਸੀਂ ਇਸ ਦਾ ਸਿੱਟਾ ਜ਼ਰੂਰ ਲਿਖਣਾ ਹੈ, ਕੰਕਲੂਡ ਜ਼ਰੂਰ ਕਰਨਾ ਹੈ। ਪਰਿਵਾਰ ਅਤੇ ਸੈਕੰਡਰੀ ਸਮੂਹਾਂ ਵਿਚਕਾਰ ਸੰਬੰਧਾਂ ਨੂੰ ਦਰਸਾਓ। ਇਸ ਤੋਂ ਬਾਅਦ ਹੈ ਯੂਨਿਟ 3। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰਨਾ। ਅੱਗੇ ਹੈ ਸੱਭਿਆਚਾਰ ਨੂੰ ਪਰਿਭਾਸ਼ਿਤ ਕਰੋ, ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ। ਨੈਕਸਟ ਹੈ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਵਿੱਚ ਚਰਚਾ ਕਰੋ। ਇਸ ਦੇ ਵਿੱਚ ਸੱਭਿਆਚਾਰਕ ਗੁਣ, ਸੱਭਿਆਚਾਰਕ ਪੈਟਰਨ, ਸੱਭਿਆਚਾਰਕ ਕੰਪਲੈਕਸ, ਸੱਭਿਆਚਾਰਕ ਸਾਪੇਖਵਾਦ, ਇਹਦੇ ਬਾਰੇ ਤੁਸੀਂ ਡਿਟੇਲ ਦੇ ਵਿੱਚ ਲਿਖਣਾ ਹੈ, ਸਾਰਿਆਂ ਦੇ ਬਾਰੇ। ਨੈਕਸਟ ਹੈ ਸੱਭਿਆਚਾਰ ਦੇ ਮਹੱਤਵਪੂਰਨ ਮਾਪਾਂ ਵਜੋਂ ਸੱਭਿਆਚਾਰਕ ਗੁਣਾਂ, ਪੈਟਰਨਾਂ ਅਤੇ ਕੰਪਲੈਕਸਾਂ ਦੀ ਚਰਚਾ ਕਰੋ। ਆਨਸਰ ਇਹਦਾ ਵੀ ਸੇਮ ਹੀ ਹੈ। ਇਸ ਦੇ ਵਿੱਚ 3 ਪੁੱਛੇ ਗਏ ਆ, ਉੱਪਰ ਵਾਲੇ ਦੇ ਵਿੱਚ ਜਿਹੜੇ ਹੈ ਉਹ 4 ਪਾਰਟਸ ਇਸ ਦੇ ਪੁੱਛੇ ਗਏ ਆ। ਅੱਗੇ ਹੈ ਸੰਸ਼ੋਧਨ ਅਤੇ ਏਕੀਕਰਨ ਦੀਆਂ ਪ੍ਰਕਿਰਿਆਵਾਂ ਦੀ ਚਰਚਾ ਕਰੋ। ਇੱਥੇ ਅਸੈਮੀਲੇਸ਼ਨ ਦੇ ਬਾਰੇ ਤੁਸੀਂ ਜਿਹੜਾ ਹੈ ਲਿਖਣਾ ਹੋਏਗਾ। ਸਮਾਈਕਰਨ ਦੀ ਪ੍ਰਕਿਰਿਆ ਦੀ ਚਰਚਾ ਕਰੋ। ਅਸੈਮੀਲੇਸ਼ਨ, ਅਕਲਚਰੇਸ਼ਨ, ਇਸ ਦੇ ਨਾਲ ਸੰਬੰਧਿਤ ਇਹ ਕੁਐਸਚਨਸ ਹੈ। ਨੈਕਸਟ ਹੈ ਸੱਭਿਆਚਾਰਿਕ ਪਛੜਾਪਨ ਕੀ ਹੈ, ਸੱਭਿਆਚਾਰਿਕ ਪਛੜੇਪਨ ਦੇ ਸੰਕਲਪ ਦੀ ਵਿਆਖਿਆ ਕਰੋ। ਨੈਕਸਟ ਹੈ ਜਦੋਂ ਤੁਸੀਂ ਭੌਤਿਕ ਅਤੇ ਗੈਰ ਭੌਤਿਕ ਸੱਭਿਆਚਾਰ ਦੁਆਰਾ ਕੀ ਸਮਝਦੇ ਹੋ, ਚਿੱਤਰਾਂ ਦੀ ਮਦਦ ਨਾਲ ਸੱਭਿਆਚਾਰਿਕ ਪਛੜਾਪਨ ਦੇ ਸੰਕਲਪ ਦੀ ਵਿਆਖਿਆ ਕਰੋ। ਹਾਂਜੀ ਸਟੂਡੈਂਟਸ, ਹੁਣ ਵੀ ਜੇ ਤੁਹਾਨੂੰ ਕਿਤੇ ਕੋਈ ਕਨਫਿਊਜ਼ਨ ਹੁੰਦੀ ਹੈ ਇੰਗਲਿਸ਼ ਮੀਡੀਅਮ ਦਾ, ਤੁਸੀਂ ਜ਼ਰੂਰ ਵੀਡੀਓ ਦੇਖ ਸਕਦੇ ਹੋ, ਉੱਥੋਂ ਤੁਹਾਨੂੰ ਕਨਫਿਊਜ਼ਨ ਦੂਰ ਹੋ ਸਕਦੀ ਹੈ ਕਿ ਇੰਗਲਿਸ਼ ਦੇ ਵਿੱਚ ਇਹ ਵਰਡ ਕੀ ਹੈ। ਨੈਕਸਟ ਹੈ ਆਲੋਚਨਾਤਮਕ ਤੌਰ 'ਤੇ ਔਗਬਰਨ ਦੇ ਸੱਭਿਆਚਾਰਿਕ ਪਛੜਾਪਨ ਦੇ ਸਿਧਾਂਤ ਦੀ ਚਰਚਾ ਕਰੋ। ਨੈਕਸਟ ਹੈ ਸੱਭਿਆਚਾਰ ਅਤੇ ਸੱਭਿਅਤਾ ਵਿਚਕਾਰ ਸੰਬੰਧਾਂ ਦੀ ਚਰਚਾ ਕਰੋ। ਐਂਡ ਦੈਨ ਤੁਸੀਂ ਸੱਭਿਆਚਾਰ ਤੋਂ ਕੀ ਸਮਝਦੇ ਹੋ, ਸੱਭਿਆਚਾਰ ਅਤੇ ਸੱਭਿਅਤਾ ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕਰੋ। ਐਂਡ ਦੈਨ ਸਮੀਕਰਨ ਕੀ ਹੈ, ਵੱਖ-ਵੱਖ ਕਾਰਕਾਂ 'ਤੇ ਚਰਚਾ ਕਰੋ ਜੋ ਸਮਾਈਲੇਸ਼ਨ ਦੀ ਸਹੂਲਤ ਦਿੰਦੇ ਹਨ। ਯੂਨਿਟ 4 ਜਿਸ ਦੇ ਵਿੱਚ ਹੈ ਸਮਾਜੀਕਰਨ ਕੀ ਹੈ, ਇਸ ਦੇ ਵੱਖ-ਵੱਖ ਪੜਾਵਾਂ ਦੀ ਵਿਆਖਿਆ ਕਰੋ। ਕਿਸੇ ਵਿਅਕਤੀ ਦੇ ਵਿਕਾਸ ਲਈ ਸਮਾਜੀਕਰਨ ਕਿਵੇਂ ਮਹੱਤਵਪੂਰਨ ਹੈ, ਵੱਖ-ਵੱਖ ਪੜਾਵਾਂ ਦੀ ਵਿਆਖਿਆ ਕਰੋ। ਐਂਡ ਦੈਨ ਸਮਾਜੀਕਰਨ ਦੀਆਂ ਵੱਖ-ਵੱਖ ਏਜੰਸੀਆਂ ਬਾਰੇ ਚਰਚਾ ਕਰੋ। ਅੱਗੇ ਸਮਾਜੀਕਰਨ ਕੀ ਹੈ, ਸਮਾਜੀਕਰਨ ਦੀਆਂ ਵੱਖ-ਵੱਖ ਏਜੰਸੀਆਂ ਦੀ ਚਰਚਾ ਕਰੋ। ਇਸ ਦੇ ਵੀ ਉੱਪਰ ਦੇ ਕੁਐਸਚਨ ਦੇ ਵਿੱਚ ਵੀ ਏਜੰਸੀਆਂ ਪੁੱਛਿਆ, ਦੂਸਰੇ ਦੇ ਵਿੱਚ ਵੀ, ਲੇਕਿਨ ਇਸ ਦੇ ਵਿੱਚ ਨਾਲ ਇਸ ਦਾ ਮੀਨਿੰਗ ਵੀ ਪੁੱਛਿਆ ਗਿਆ। ਐਂਡ ਨੈਕਸਟ ਹੈ ਸਵੈ ਦੇ ਵਿਕਾਸ ਦੇ ਵੱਖ-ਵੱਖ ਸਿਧਾਂਤਾਂ ਦੀ ਚਰਚਾ ਕਰੋ। ਉਸ ਤੋਂ ਬਾਅਦ ਸਮਾਜੀਕਰਨ ਬਾਰੇ ਮੀਡ ਦੇ ਵਿਚਾਰਾਂ ਦੀ ਚਰਚਾ ਕਰੋ। ਫਿਰ ਹੈ ਸਮਾਜੀਕਰਨ ਬਾਰੇ ਕੂਲੇ ਦੇ ਵਿਚਾਰਾਂ ਦੀ ਚਰਚਾ ਕਰੋ। ਕੂਲੇ ਦੇ ਸਮਾਜੀਕਰਨ ਦੇ ਸਿਧਾਂਤ ਨੂੰ ਵਿਸਥਾਰ ਵਿੱਚ ਦਰਸਾਓ। ਸਮਾਜੀਕਰਨ ਦੇ ਅਰਥ ਸਮਝਾਓ। ਆਪਣੇ ਆਪ ਲਈ ਸਮਾਜ ਵਿਗਿਆਨਿਕ ਅਤੇ ਮਨੋਵਿਗਿਆਨਿਕ ਪਹੁੰਚਾਂ ਦੇ ਵਿਸ਼ੇਸ਼ ਸੰਦਰਭ ਨਾਲ ਵਿਆਖਿਆ ਕਰੋ। ਐਂਡ ਦੈਨ ਸਮਾਜਿਕ ਨਿਯੰਤਰਣ ਦਾ ਕੀ ਅਰਥ ਹੈ, ਸਮਾਜਿਕ ਨਿਯੰਤਰਣ ਦੀਆਂ ਕਈ ਕਿਸਮਾਂ ਬਾਰੇ ਚਰਚਾ ਕਰੋ। ਨੈਕਸਟ ਹੈ ਸਮਾਜਿਕ ਨਿਯੰਤਰਣ ਤੋਂ ਤੁਹਾਡਾ ਕੀ ਮਤਲਬ ਹੈ, ਇਸ ਦੀਆਂ ਰਸਮੀ ਅਤੇ ਗੈਰ ਰਸਮੀ ਏਜੰਸੀਆਂ ਬਾਰੇ ਚਰਚਾ ਕਰੋ। ਐਂਡ ਦੈਨ ਸਮਾਜਿਕ ਨਿਯੰਤਰਣ ਦੀਆਂ ਰਸਮੀ ਅਤੇ ਗੈਰ ਰਸਮੀ ਏਜੰਸੀਆਂ ਬਾਰੇ ਚਰਚਾ ਕਰੋ। ਹੁਣ ਇਹ ਕੁਐਸਚਨਸ ਮੋਲਡ ਕਰਕੇ ਪਾਏ ਗਏ ਆ ਜਿਨ੍ਹਾਂ ਦੇ ਆਨਸਰ ਸੇਮ ਹੈ, ਤਾਂ ਇਸੇ ਤਰ੍ਹਾਂ ਤੁਹਾਡੇ ਪੇਪਰ ਦੇ ਵਿੱਚ ਵੀ ਮੋਲਡ ਕਰਕੇ ਕੁਐਸਚਨ ਪਾਏ ਜਾ ਸਕਦੇ ਆ ਕਿ ਆਧੁਨਿਕ ਸਮਾਜ ਵਿੱਚ ਸਮਾਜਿਕ ਨਿਯੰਤਰਣ ਦੇ ਗੈਰ ਰਸਮੀ ਸਾਧਨ ਪ੍ਰਭਾਵਸ਼ਾਲੀ ਹਨ। ਐਂਡ ਦੈਨ ਆਧੁਨਿਕ ਸਮਾਜ ਨੂੰ ਸੰਗਠਿਤ ਕਰਨ ਵਿੱਚ ਸਮਾਜਿਕ ਨਿਯੰਤਰਣ ਦੇ ਰਸਮੀ ਸਾਧਨਾਂ ਦੇ ਬਾਰੇ ਚਰਚਾ ਕਰੋ। ਐਂਡ ਦੈਨ ਆਧੁਨਿਕ ਸਮਾਜਾਂ ਵਿੱਚ ਪ੍ਰਭਾਵਸ਼ਾਲੀ ਸਮਾਜਿਕ ਨਿਯੰਤਰਣ ਨੂੰ ਉਤਸ਼ਾਹਿਤ ਕਰਨ ਲਈ ਰਸਮੀ ਏਜੰਸੀਆਂ ਦੀ ਭੂਮਿਕਾ ਬਾਰੇ ਚਰਚਾ ਕਰੋ। ਇਸ ਦੀ ਮਿਸਾਲ ਵੀ ਦਿਓ, ਇਸ ਦੇ ਨਾਲ ਐਗਜ਼ਾਮਪਲਸ ਵੀ ਦੇਣੀ ਹੈ। ਐਂਡ ਦੈਨ ਸਮਾਜਿਕ ਨਿਯੰਤਰਣ ਦੇ ਸਾਧਨ ਕੀ ਹਨ, ਕਿ ਆਧੁਨਿਕ ਸਮੇਂ ਵਿੱਚ ਸਮਾਜਿਕ ਨਿਯੰਤਰਣ ਦੇ ਗੈਰ ਰਸਮੀ ਸਾਧਨ ਪ੍ਰਭਾਵਸ਼ਾਲੀ ਹਨ, ਮਿਸਾਲ ਦਿਓ। ਹਾਂਜੀ ਸਟੂਡੈਂਟਸ, ਇਹ ਸਾਰੇ ਕੁਐਸਚਨਸ ਦੇ ਆਨਸਰਸ ਦੇ ਵੀਡੀਓ ਤੁਹਾਨੂੰ ਇੱਥੇ ਹੀ ਮਿਲ ਜਾਣਗੇ। ਬੜੀ ਆਸਾਨੀ ਦੇ ਨਾਲ ਤੁਸੀਂ ਉੱਥੋਂ ਤਿਆਰੀ ਕਰ ਸਕਦੇ ਹੋ। ਬਹੁਤ ਈਜ਼ੀ ਵਰਡਿੰਗ ਦੇ ਵਿੱਚ ਉਹ ਬਣਾਏ ਗਏ ਹਨ। ਇਸ ਦੇ ਟਿਪਸ ਵੀ ਦੱਸੇ ਗਏ ਹਨ, ਕਿਸ ਤਰ੍ਹਾਂ ਤੁਸੀਂ ਇਸ ਦੀ ਡਿਟੇਲ ਦੇਣੀ ਹੈ। ਬਹੁਤ ਈਜ਼ੀ ਵਰਡਿੰਗ ਦੇ ਵਿੱਚ ਡੈਫੀਨੇਸ਼ਨਸ ਦਿੱਤੀਆਂ ਗਈਆਂ। ਪੰਜਾਬੀ ਦੇ ਵਿੱਚ, ਇੰਗਲਿਸ਼ ਔਰ ਹਿੰਦੀ ਮੀਡੀਅਮ ਦੇ ਵਿੱਚ ਇਹ ਲੈਕਚਰਸ ਤਿਆਰ ਕੀਤੇ ਗਏ ਹੈ। Thanks. Good luck for your exam. I am sure you will do the best. God bless you. ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਮਕਸਦ ਧਾਰਨ ਕਰ ਲੈਂਦੇ ਹੋ ਤਾਂ ਜ਼ਰੂਰ ਤੁਹਾਨੂੰ ਉਸ ਦੇ ਵਿੱਚ ਸਫਲਤਾ ਮਿਲੇਗੀ। ਮਿਹਨਤ ਕਰਨ ਦੇ ਨਾਲ ਤੁਸੀਂ ਹਰ ਇੱਕ ਚੀਜ਼ ਹਾਸਲ ਕਰ ਸਕਦੇ ਹੋ। ਇਸ ਤੋਂ ਇਲਾਵਾ ਕੋਈ ਕੁਐਸਚਨਸ, ਕਮੈਂਟਸ ਔਰ ਸੁਜੈਸ਼ਨਸ, ਲੀਵ ਮੀ ਅ ਕਮੈਂਟ ਡਾਊਨ ਬਿਲੋ। ਸਬਸਕ੍ਰਾਈਬ ਟੂ ਸੋਸ਼ਲ ਕਲਾਸਿਸ
ਐਂਡ ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਅਸੀਂ ਮਿਲਦੇ ਹਾਂ ਆਪਣੇ ਅਗਲੇ ਵੀਡੀਓ ਦੇ ਵਿੱਚ।